Hi everybody. So let's learn about the subject, verb and object. So एक subject, verb ਤੇ object ਹੁੰਦਾ ਕੀ ਇਹ ਆਪਾਂ ਸਿੱਖਣਾ ਹੈ ਤੇ ਇਹ ਕਿਉਂ ਹੁੰਦਾ ਹੈ ਇਹ ਇੱਕ sentence ਦੇ ਵਿੱਚ ਇੱਕ ਸਹੀ grammatical order ਦੇ ਵਿੱਚ ਇੱਕ sentence ਨੂੰ create ਕਰਨ ਦੇ ਲਈ use ਕੀਤਾ ਜਾਂਦਾ ਹੈ. So ਹਰ ਇੱਕ language ਦੇ ਵਿੱਚ subject, verb ਤੇ object ਹੁੰਦਾ ਹੈ. ਸੋ ਬਟ ਇਹ ਲੈਂਗੁਏਜ ਵਾਈਜ਼ ਵੇਰੀ ਕਰਦਾ ਹੈ ਕਿ ਇਹਨਾਂ ਦੇ ਯੂਜ਼ ਕਿਵੇਂ ਹੁੰਦੇ ਨੇ ਅਤੇ ਕਿੱਥੇ ਲਾਈਕ ਸੈਂਟੈਂਸ ਦੇ ਵਿੱਚ ਆਉਂਦੇ ਨੇ ਜਿਵੇਂ ਕਿ ਇੰਗਲਿਸ਼ ਦੇ ਵਿੱਚ ਸਬਜੈਕਟ ਪਹਿਲਾਂ ਆਉਂਦਾ ਹੈ ਦੈਨ ਵਰਬ ਆਉਂਦੀ ਹੈ ਦੈਨ ਆਬਜੈਕਟ ਆਉਂਦਾ ਹੈ ਠੀਕ ਹੈ ਪਰ ਇਹ ਚੀਜ਼ ਹਿੰਦੀ ਅਤੇ ਪੰਜਾਬੀ ਦੇ ਵਿੱਚ ਥੋੜ੍ਹੀ ਜਿਹੀ ਡਿਫਰੈਂਟ ਹੈ ਲਾਈਕ ਕਿ ਜਿਹੜਾ ਸਬਜੈਕਟ ਪਹਿਲਾਂ ਆਉਂਦਾ ਹੈ ਦੈਨ ਆਬਜੈਕਟ ਆਉਂਦਾ ਹੈ ਫਿਰ ਲਾਸਟ 'ਤੇ ਵਰਬ ਆਉਂਦੀ ਹੈ ਓਕੇ ਸੋ ਹੁਣ ਮੰਨ ਲਓ ਜੇਕਰ ਕੋਈ ਇੱਕ ਪੰਜਾਬੀ ਹੈ ਠੀਕ ਹੈ ਉਸਨੇ ਕੋਈ ਸੈਂਟੈਂਸ ਇੰਗਲਿਸ਼ ਦੇ ਵਿੱਚ ਬਣਾਉਣਾ ਹੈ ਜਾਂ ਉਸਨੇ ਬੋਲਣਾ ਹੈ ਅਤੇ ਉਸ ਨੂੰ ਇਹ ਜਾਣਨ ਦੀ ਲੋੜ ਹੈ ਕਿ ਇੱਕ ਸਬਜੈਕਟ ਇੱਕ ਆਬਜੈਕਟ ਅਤੇ ਇੱਕ ਵਰਬ ਹੈ ਕੀ ਠੀਕ ਹੈ ਸੋ ਹੁਣ ਇਸੇ ਨੂੰ ਸਿੱਖਣ ਵਾਸਤੇ ਆਪਾਂ ਸ਼ੁਰੂਆਤ ਕਰਦੇ ਆਪਣੀ ਲੈਸਨ ਦੀ ਕਿ ਸਬਜੈਕਟ ਆਬਜੈਕਟ ਅਤੇ ਵਰਬ ਇੱਕ ਸੈਂਟੈਂਸ ਦੇ ਵਿੱਚ ਕਿਵੇਂ ਕੰਮ ਕਰਦਾ ਜਾਂ ਹੁੰਦਾ ਕੀ ਹੈ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਰਬ ਦੀ ਕਿਉਂਕਿ ਇਸ ਨੂੰ ਸਿੱਖਣਾ ਇਸ ਨੂੰ ਸਮਝਣਾ ਬਹੁਤ ਹੀ ਈਜ਼ੀ ਹੈ ਠੀਕ ਹੈ ਸੋ ਜਿਹੜਾ ਇੱਕ ਵਰਬ ਹੈ ਉਹ ਇੱਕ ਸੈਂਟੈਂਸ ਦੇ ਵਿੱਚ ਇੱਕ ਐਕਸ਼ਨ ਵਰਡ ਦੇ ਤੌਰ 'ਤੇ ਕੰਮ ਕਰਦਾ ਹੈ ਕਿ ਇੱਕ ਵਰਬ ਦੱਸਦਾ ਹੈ ਕਿ ਚੱਲ ਕੀ ਰਿਹਾ ਹੈ ਕਿ ਇੱਕ ਐਕਸ਼ਨ ਕੀ ਹੋ ਰਿਹਾ ਹੈ ਓਕੇ ਸੋ ਹੁਣ ਵਰਬ ਨੂੰ ਸਮਝਣ ਵਾਸਤੇ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਕਿ ਜਿਸ ਤੋਂ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋਏਗਾ ਇੱਕ ਵਰਬ ਹੁੰਦਾ ਕੀ ਹੈ ਹੁਣ ਜਿਵੇਂ ਕਿ ਇੱਥੇ ਲਿਖਿਆ ਹੈ ਕਿ ਸੰਦੀਪ ਹਰ ਰੋਜ਼ ਗੁਰਦੁਆਰੇ ਜਾਂਦਾ ਹੈ ਠੀਕ ਹੈ ਸੋ ਹੁਣ ਇਸ ਦੇ ਵਿੱਚੋਂ ਆਪਾਂ ਸਮਝ ਸਕਦੇ ਹਾਂ ਕਿ ਇੱਕ ਵਰਬ ਕੀ ਹੈ ਹੁਣ ਉੱਥੇ ਜਾਂਦਾ ਹੈ ਲਿਖਿਆ ਹੈ ਜਾਂਦਾ ਹੈ ਤਾਂ ਕੀ ਪਤਾ ਚੱਲ ਰਿਹਾ ਹੈ ਕਿ ਇੱਕ ਐਕਸ਼ਨ ਹੈ ਅਤੇ ਉਹ ਐਕਸ਼ਨ ਕੌਣ ਕਰ ਰਿਹਾ ਕਿ ਇੱਕ ਸੰਦੀਪ ਦੇ ਐਕਸ਼ਨ ਬਾਰੇ ਪਤਾ ਚੱਲ ਰਿਹਾ ਹੈ ਕਿ ਉਹ ਜਾਂਦਾ ਹੈ ਜਿਸ ਤੋਂ ਸਿੰਪਲੀ ਕਲੀਅਰ ਹੁੰਦਾ ਹੈ ਕਿ ਇੱਕ ਵਰਬ ਕੀ ਹੈ ਉਹ ਇੱਕ ਐਕਸ਼ਨ ਵਰਡ ਹੈ ਜਿਹੜਾ ਕਿ ਇੱਕ ਸੈਂਟੈਂਸ ਦੇ ਵਿੱਚ ਹੈ ਆਲਰਾਈਟ ਓਕੇ ਸੋ ਹੁਣ ਤੁਹਾਡੇ ਸਾਹਮਣੇ ਕੁਝ ਹੋਰ ਐਗਜ਼ਾਮਪਲਸ ਨੇ ਜਿਨ੍ਹਾਂ ਵਿੱਚ ਹੁਣ ਤੁਸੀਂ ਦੱਸੋਗੇ ਕਿ ਇੱਕ ਐਕਸ਼ਨ ਵਰਡ ਕੀ ਹੈ ਜਿਵੇਂ ਕਿ ਪਹਿਲਾ ਹੈ ਕਿ ਸੰਦੀਪ ਹਰ ਰੋਜ਼ ਆਈਸਕ੍ਰੀਮ ਖਾਂਦਾ ਹੈ ਲਾਈਕ ਕੰਪਿਊਟਰ ਦੀ ਵਰਤੋਂ ਵੱਖ-ਵੱਖ ਕੰਮਾਂ ਲਈ ਕੀਤੀ ਜਾਂਦੀ ਹੈ ਦੈਨ 2010 ਤੋਂ ਬਾਅਦ ਮੋਬਾਈਲ ਫੋਨ ਦੀ ਕੀਮਤ ਵਿੱਚ ਵਾਧਾ ਹੋਇਆ ਹੈ ਅਤੇ ਲਾਸਟ ਕੀ ਹੈ ਕਿ ਉਹ ਇੱਕ ਵਾਰ ਵਿੱਚ 10 ਰੋਟੀਆਂ ਖਾ ਸਕਦਾ ਹੈ ਸੋ ਹੁਣ ਤੁਹਾਡੇ ਸਾਹਮਣੇ ਐਗਜ਼ਾਮਪਲਸ ਨੇ ਹੁਣ ਤੁਸੀਂ ਕੋਸ਼ਿਸ਼ ਕਰੋ ਇਹਨਾਂ ਵਿੱਚੋਂ ਐਕਸ਼ਨ ਵਰਡਸ ਲੱਭਣ ਦੀ ਓਕੇ ਦ ਫਸਟ ਵਨ ਯੈਸ ਖਾਂਦਾ ਹੈ ਨੈਕਸਟ ਓਕੇ ਯੈਸ ਕੀਤੀ ਜਾਂਦੀ ਹੈ ਰਾਈਟ ਥਰਡ ਵਨ ਓਕੇ ਯੈਸ ਵਾਧਾ ਹੋਇਆ ਹੈ ਰਾਈਟ ਐਂਡ ਦ ਲਾਸਟ ਵਨ ਯੈਸ ਖਾ ਸਕਦਾ ਹੈ ਆਲਰਾਈਟ ਤੁਸੀਂ ਹੁਣ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਲਿਆ ਹੈ ਕਿ ਇੱਕ ਵਰਬ ਕੀ ਹੈ ਸੈਂਟੈਂਸ ਦੇ ਵਿੱਚ ਕਿ ਉਹ ਐਕਸ਼ਨ ਵਰਡ ਕੀ ਹੈ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹੋ ਗੁੱਡ ਓਕੇ ਸੋ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਹੁਣ ਸਮਝ ਗਏ ਹੋ ਐਂਡ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਇੱਕ ਵਰਬ ਨੂੰ ਕਿਸੇ ਵੀ ਸੈਂਟੈਂਸ ਦੇ ਵਿੱਚੋਂ ਐਂਡ ਤੁਹਾਡੇ ਲਈ ਇਹ ਹੋਰ ਵੀ ਆਸਾਨ ਹੋ ਗਿਆ ਹੈ ਕਿਸੇ ਵੀ ਸੈਂਟੈਂਸ ਦੇ ਵਿੱਚੋਂ ਸਬਜੈਕਟ ਅਤੇ ਆਬਜੈਕਟ ਨੂੰ ਫਾਈਂਡ ਆਊਟ ਕਰਨਾ So there are just two set of questions that we have to ask while using the verb in a sentence. So ਹੁਣ ਕੁਝ ਮੈਜਿਕ ਕੁਐਸਚਨਸ ਨੇ ਜਿਹੜੇ ਕਿ ਤੁਸੀਂ ਸਿੱਖੋਗੇ ਕਿ ਆਪਾਂ ਕਿਸੇ ਵੀ ਸਬਜੈਕਟ ਜਾਂ ਆਬਜੈਕਟ ਨੂੰ ਫਾਈਂਡ ਆਊਟ ਕਰ ਸਕਦੇ ਹਾਂ ਉਹਨਾਂ ਨੂੰ ਯੂਜ਼ ਕਰਕੇ ਸੋ ਸਬਜੈਕਟ ਨੂੰ ਫਾਈਂਡ ਆਊਟ ਕਰਨ ਵਾਸਤੇ 3 ਕੁਐਸਚਨਸ ਨੇ ਕੌਣ ਕਿਸ ਨੇ ਅਤੇ ਕੀ ਠੀਕ ਹੈ ਲਾਈਕ ਆਪਾਂ ਇੱਕ ਪ੍ਰੀਵੀਅਸ ਐਗਜ਼ਾਮਪਲ ਲੈਂਦੇ ਹਾਂ ਲਾਈਕ ਜਿਵੇਂ ਕਿ ਸੰਦੀਪ ਹਰ ਰੋਜ਼ ਆਈਸਕ੍ਰੀਮ ਖਾਂਦਾ ਹੈ ਆਲਰਾਈਟ ਸੋ ਹੁਣ ਇਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਕ ਖਾਂਦਾ ਹੈ ਕੀ ਹੈ ਉਹ ਇੱਕ ਵਰਬ ਹੈ ਰਾਈਟ ਹੁਣ ਇਸ ਨੂੰ ਯੂਜ਼ ਕਰਕੇ ਆਪਾਂ ਪੁੱਛਾਂਗੇ ਲਾਈਕ ਪੁੱਛਣ ਦੀ ਕੋਸ਼ਿਸ਼ ਕਰਾਂਗੇ ਆਪਣੇ ਆਪ ਨੂੰ ਕਿ ਖਾਂਦਾ ਹੈ ਪਰ ਕੌਣ ਖਾਂਦਾ ਹੈ ਸੋ ਦੈਟ ਇਜ਼ ਸੰਦੀਪ ਸੋ ਹੁਣ ਸੰਦੀਪ ਕੀ ਹੋ ਗਿਆ ਇੱਕ ਸਬਜੈਕਟ ਕਿ ਜਿਸ ਤੋਂ ਕੀ ਪਤਾ ਚੱਲ ਰਿਹਾ ਹੈ ਵਰਬ ਹੈ ਕਿ ਐਕਸ਼ਨ ਹੋ ਰਿਹਾ ਹੈ ਉਹ ਐਕਸ਼ਨ ਕੌਣ ਕਰ ਰਿਹਾ ਹੈ ਕੌਣ ਖਾਂਦਾ ਹੈ ਸੋ ਦੈਟ ਇਜ਼ ਸੰਦੀਪ ਸੋ ਇੱਕ ਸੰਦੀਪ ਕੀ ਹੋ ਗਿਆ ਇੱਕ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਯੈਸ ਓਕੇ ਸੋ ਹੁਣ ਆਪਾਂ ਅਗਲੀ ਐਗਜ਼ਾਮਪਲ ਲੈਂਦੇ ਹਾਂ ਸੋ ਨੈਕਸਟ ਐਗਜ਼ਾਮਪਲ ਕੀ ਹੈ ਕਿ ਕੰਪਿਊਟਰ ਦੀ ਵਰਤੋਂ ਵੱਖ-ਵੱਖ ਕੰਮਾਂ ਲਈ ਕੀਤੀ ਜਾਂਦੀ ਹੈ ਸੋ ਹੁਣ ਇਹਦੇ ਵਿੱਚੋਂ ਆਪਾਂ ਨੂੰ ਵਰਬ ਦਾ ਪਤਾ ਹੈ ਕਿ ਵਰਤੋਂ ਕੀਤੀ ਜਾਂਦੀ ਹੈ ਰਾਈਟ ਹੁਣ
ਕੌਣ ਵਰਤੋਂ ਕੀਤੀ ਜਾਂਦੀ ਹੈ। ਲਾਈਕ ਇਹ ਕੋਈ ਕੁਐਸਚਨ ਹੈ, ਆਪਾਂ ਲਾਈਕ ਤੁਹਾਨੂੰ ਸਮਝ ਆਉਂਦਾ ਹੈ ਕਿ ਇਹਦੇ ਵਿੱਚੋਂ ਕਿ ਕੌਣ ਵਰਤੋਂ ਕੀਤੀ ਜਾਂਦੀ ਹੈ, ਤੁਹਾਨੂੰ ਸਮਝ ਆ ਰਿਹਾ ਹੈ? ਆਨਸਰ ਹੈ ਤੁਹਾਡੇ ਕੋਲ? ਨਹੀਂ ਨਾ। ਸੋ ਹੁਣ ਇਸ ਤੋਂ ਕੀ ਪਤਾ ਲੱਗ ਰਿਹਾ ਕਿ ਲਾਈਕ ਇਸ ਦੇ ਵਿੱਚ ਕੋਈ ਸਬਜੈਕਟ ਨਹੀਂ ਹੈ, ਬਿਕੋਜ਼ ਤੁਹਾਨੂੰ ਤੁਹਾਡੇ ਕੁਐਸਚਨ ਦਾ ਆਨਸਰ ਨਹੀਂ ਮਿਲ ਰਿਹਾ। ਸੋ ਇੱਥੇ ਤੁਹਾਨੂੰ ਸਿਰਫ ਵਰਬ ਦਾ ਪਤਾ ਹੈ। ਓਕੇ, ਸੋ ਨੈਕਸਟ ਐਗਜ਼ਾਮਪਲ ਕੀ ਹੈ ਕਿ 2010 ਤੋਂ ਬਾਅਦ ਮੋਬਾਈਲ ਫੋਨ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਠੀਕ ਹੈ, ਸੋ ਹੁਣ ਵਾਧਾ ਹੋਇਆ ਹੈ, ਲਾਈਕ ਹੁਣ ਜਿਵੇਂ ਆਪਣੇ ਕੋਲ ਦੋ ਕੁਐਸਚਨ ਸੀ ਨਾ ਕਿ ਕੌਣ ਹੈ ਤੇ ਕਿਸ ਨੇ। ਠੀਕ ਆ, ਹੁਣ ਇੱਥੇ ਆਪਾਂ ਕੀ ਵੀ ਪੁੱਛ ਸਕਦੇ ਹਾਂ ਕਿ ਕੀ ਵਾਧਾ ਹੋਇਆ ਹੈ। ਸੋ ਤੁਹਾਨੂੰ ਆਨਸਰ ਮਿਲ ਰਿਹਾ ਹੈ ਤੁਹਾਡਾ? ਯੈਸ। ਸੋ ਮੋਬਾਈਲ ਫੋਨ ਦੀ ਕੀਮਤ, ਹੁਣ ਮੋਬਾਈਲ ਫੋਨ ਦੀ ਕੀਮਤ ਕੀ ਹੈ, ਇੱਥੇ ਕੀ ਹੋਏਗਾ? ਤੁਹਾਨੂੰ ਤੁਹਾਡੇ ਕੁਐਸਚਨ ਦਾ ਆਨਸਰ ਮਿਲ ਰਿਹਾ ਨਾ ਕਿ ਕੀ ਵਾਧਾ ਹੋਇਆ ਹੈ। ਸੋ ਉਹ ਵਾਧਾ ਕੀ ਹੈ? ਉਹ ਮੋਬਾਈਲ ਫੋਨ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਸੋ ਮੋਬਾਈਲ ਫੋਨ ਦੀ ਕੀਮਤ ਕੀ ਹੈ? ਉਹ ਇੱਕ ਸਬਜੈਕਟ ਹੈ ਇਸ ਸੈਂਟੈਂਸ ਦੇ ਵਿੱਚ, ਰਾਈਟ। ਐਂਡ ਦ ਲਾਸਟ ਵਨ ਕੀ ਹੈ ਕਿ ਉਹ ਇੱਕ ਵਾਰ ਵਿੱਚ 10 ਰੋਟੀਆਂ ਖਾ ਸਕਦਾ ਹੈ। ਠੀਕ ਹੈ, ਹੁਣ ਇਸ ਦੇ ਵਿੱਚ ਵੀ ਤੁਹਾਨੂੰ ਖਾ ਸਕਦਾ ਹੈ ਪਤਾ ਹੈ ਕਿ ਉਹ ਇੱਕ ਕੀ ਹੈ? ਉਹ ਇੱਕ ਵਰਬ ਹੈ। ਹੁਣ ਇਸ ਨੂੰ ਲੈ ਕੇ ਪੁੱਛਾਂਗੇ ਕਿ ਖਾ ਸਕਦਾ ਹੈ, ਕੌਣ ਖਾ ਸਕਦਾ ਹੈ? ਉਹ ਖਾ ਸਕਦਾ ਹੈ। ਸੋ ਉਹ ਕੀ ਹੋ ਗਿਆ? ਆਪਣਾ ਇੱਕ ਸਬਜੈਕਟ। ਆਲਰਾਈਟ, ਸੋ ਹੁਣ ਜਿਵੇਂ ਤੁਸੀਂ ਸਬਜੈਕਟ ਦੇ ਬਾਰੇ ਚੰਗੀ ਤਰ੍ਹਾਂ ਜਾਣ ਲਿਆ ਕਿ ਇੱਕ ਸਬਜੈਕਟ ਕੀ ਹੈ, ਹੁਣ ਤੁਹਾਡੇ ਲਈ ਆਸਾਨ ਹੋ ਗਿਆ ਇੱਕ ਆਬਜੈਕਟ ਨੂੰ ਵੀ ਸਮਝਣਾ। ਠੀਕ ਹੈ, ਹੁਣ ਆਪਾਂ ਉਹ ਸਮਝਦੇ ਹਾਂ ਕਿ ਤੁਸੀਂ ਹੁਣ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਇੱਕ ਆਬਜੈਕਟ ਕੀ ਹੁੰਦਾ ਇੱਕ ਸੈਂਟੈਂਸ ਦੇ ਵਿੱਚ। ਠੀਕ ਹੈ, ਸੋ ਹੁਣ ਤੁਹਾਡੇ ਸਾਹਮਣੇ ਇੱਕ ਉਹੀ ਐਗਜ਼ਾਮਪਲਸ ਨੇ, ਹੁਣ ਉਹਨਾਂ ਵਿੱਚੋਂ ਤੁਸੀਂ ਆਬਜੈਕਟ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਇੱਕ ਐਕਸ਼ਨ ਵਰਡ ਨੂੰ ਚੂਜ਼ ਕਰਕੇ, ਐਕਸ਼ਨ ਵਰਡ ਦੇ ਨਾਲ ਲੈ ਕੇ ਉਸਨੂੰ ਕੁਝ ਕੁਐਸਚਨਸ ਪੁੱਛ ਕੇ ਕਿ ਇੱਕ ਆਬਜੈਕਟ ਕੀ ਹੁੰਦਾ ਇੱਕ ਸੈਂਟੈਂਸ ਦੇ ਵਿੱਚ। ਠੀਕ ਹੈ, ਸੋ ਇਸ ਦੇ ਵਾਸਤੇ ਵੀ ਦੋ ਸਿਰਫ ਕੁਐਸਚਨਸ ਹੈਗੇ ਨੇ, ਲਾਈਕ ਕਿ ਕਿਸ ਨੂੰ ਜਾਂ ਫਿਰ ਕਿਸ ਚੀਜ਼ ਨੂੰ। ਠੀਕ ਹੈ, ਸੋ ਨੇ ਇਹੀ ਦੋ ਕੁਐਸਚਨ ਤੁਸੀਂ ਇੱਕ ਵਰਬ ਨੂੰ ਨਾਲ ਲੈ ਕੇ ਪੁੱਛਣੇ ਹੁੰਦੇ ਨੇ। ਠੀਕ ਹੈ, ਹੁਣ ਜਿਵੇਂ ਕਿ ਪਹਿਲੀ ਐਗਜ਼ਾਮਪਲ ਹੈ, ਸੰਦੀਪ ਹਰ ਰੋਜ਼ ਆਈਸਕ੍ਰੀਮ ਖਾਂਦਾ ਹੈ। ਠੀਕ ਹੈ, ਹੁਣ ਇਸ ਦੇ ਵਿੱਚ ਤੁਹਾਨੂੰ ਇੱਕ ਲਾਈਕ ਵਰਬ ਕਲੀਅਰ ਹੈ ਕਿ ਉਹ ਖਾਂਦਾ ਹੈ। ਠੀਕ ਹੈ, ਹੁਣ ਖਾਂਦਾ ਹੈ ਨੂੰ ਲੈ ਕੇ ਤੁਸੀਂ ਪੁੱਛੋਗੇ ਕਿ ਜਿਵੇਂ ਕਿ ਖਾਂਦਾ ਹੈ, ਸੋ ਉਹ ਕਿਸ ਚੀਜ਼ ਨੂੰ ਖਾਂਦਾ ਹੈ ਤੇ ਕਿਸ ਚੀਜ਼ ਨੂੰ ਖਾਂਦਾ ਹੈ? ਸੋ ਉਹ ਆਈਸਕ੍ਰੀਮ ਖਾਂਦਾ ਹੈ। ਲਾਈਕ ਹੁਣ ਇੱਥੇ ਆਈਸਕ੍ਰੀਮ ਕੀ ਹੋ ਗਿਆ? ਇੱਕ ਆਪਣਾ ਆਬਜੈਕਟ। ਕਲੀਅਰ? ਓਕੇ, ਸੋ ਹੁਣ ਨੈਕਸਟ ਐਗਜ਼ਾਮਪਲ ਕੀ ਹੈ? ਕੰਪਿਊਟਰ ਦੀ ਵਰਤੋਂ ਵੱਖ-ਵੱਖ ਕੰਮਾਂ ਲਈ ਕੀਤੀ ਜਾਂਦੀ ਹੈ। ਠੀਕ ਹੈ, ਸੋ ਹੁਣ ਤੁਸੀਂ ਮੈਨੂੰ ਇਸ ਦੇ ਵਿੱਚ ਦੱਸੋਗੇ ਕਿ ਇਸ ਦੇ ਵਿੱਚ ਆਬਜੈਕਟ ਕੀ ਹੈ। ਸੋ ਉਸ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ? ਪਹਿਲਾਂ ਵਰਬ ਨੂੰ ਲੈ ਕੇ ਕੁਐਸਚਨ ਪੁੱਛਣਾ ਪਵੇਗਾ। ਕੀ ਕੁਐਸਚਨ ਪੁੱਛੋਗੇ? ਯੈਸ, ਹੁਣ ਕੀ ਹੈ? ਆਪਣਾ ਵਰਤੋਂ ਕੀਤੀ ਜਾਂਦੀ ਹੈ। ਸੋ ਕੀ ਪੁੱਛੋਗੇ? ਕੌਣ ਵਰਤੋਂ ਕੀਤੀ ਜਾਂਦੀ ਹੈ? ਨੋ। ਸੋ ਕੌਣ ਤਾਂ ਆਪਾਂ ਯੂਜ਼ ਕਰਦੇ ਹਾਂ ਸਬਜੈਕਟ ਨੂੰ ਲੱਭਣ ਵਾਸਤੇ, ਸਬਜੈਕਟ ਨੂੰ ਪਹਿਚਾਨਣ ਵਾਸਤੇ। ਹੁਣ ਇੱਥੇ ਤੁਸੀਂ ਕੀ ਯੂਜ਼ ਕਰੋਗੇ ਕਿ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਹੁਣ ਕਿਸ ਦਾ ਤੁਹਾਨੂੰ ਆਨਸਰ ਮਿਲ ਰਿਹਾ ਹੈ ਤੁਹਾਡਾ? ਯੈਸ, ਸੋ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਉਹ ਕੀ ਹੈ? ਉਹ ਕੰਪਿਊਟਰ ਹੈ, ਕਿ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਆਬਜੈਕਟ ਕਲੀਅਰ ਹੋ ਗਿਆ ਤੁਹਾਨੂੰ ਇਸ ਸੈਂਟੈਂਸ ਦੇ ਵਿੱਚ? ਗੁੱਡ। ਓਕੇ, ਸੋ ਹੁਣ ਥਰਡ ਐਗਜ਼ਾਮਪਲ ਕੀ ਹੈ ਕਿ 2010 ਤੋਂ ਬਾਅਦ ਮੋਬਾਈਲ ਫੋਨ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਠੀਕ ਹੈ, ਸੋ ਹੁਣ ਵਾਧਾ ਹੋਇਆ ਹੈ ਤੁਹਾਨੂੰ ਕਲੀਅਰ ਹੈ ਕਿ ਇੱਕ ਵਰਬ ਹੈ। ਸੋ ਹੁਣ ਵਰਬ ਨੂੰ ਲੈ ਕੇ ਇੱਕ ਆਪਾਂ ਕੁਐਸਚਨ ਪੁੱਛਣਾ ਹੈ। ਕੀ ਕੁਐਸਚਨ ਪੁੱਛਣਾ ਹੈ? ਕਿਸ ਨੂੰ ਜਾਂ ਫਿਰ ਕਿਸ ਚੀਜ਼ ਨੂੰ। ਠੀਕ ਹੈ, ਸੋ ਹੁਣ ਪੁੱਛਾਂਗੇ ਆਬਜੈਕਟ ਜਾਣਨ ਲਈ। ਠੀਕ ਹੈ, ਸੋ ਕਿਸ ਨੂੰ ਜਾਂ ਫਿਰ ਕਿਸ ਚੀਜ਼ ਨੂੰ ਵਾਧਾ ਹੋਇਆ ਹੈ। ਠੀਕ ਆ, ਸੋ ਹੁਣ ਲੱਭਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਆਨਸਰ ਮਿਲ ਰਿਹਾ ਹੈ? ਨਹੀਂ ਮਿਲਿਆ ਆਨਸਰ? ਯੈਸ, ਮਿਲੇਗਾ ਵੀ ਨਹੀਂ, ਬਿਕੋਜ਼ ਇਸ ਦੇ ਵਿੱਚ ਆਬਜੈਕਟ ਹੀ ਹੈ ਨਹੀਂ, ਬਿਕੋਜ਼ ਤੁਹਾਨੂੰ ਤੁਹਾਡੇ ਕੁਐਸਚਨ ਦਾ ਪ੍ਰੋਪਰ ਆਨਸਰ ਨਹੀਂ ਮਿਲ ਰਿਹਾ। ਇਟ ਮੀਨਸ ਇਸ ਦੇ ਵਿੱਚ ਆਬਜੈਕਟ ਹੀ ਨਹੀਂ, ਸਿਰਫ ਇੱਕ ਸਬਜੈਕਟ ਤੇ ਇੱਕ ਪ੍ਰੋਪਰ ਵਰਬ ਹੈ। ਓਕੇ, ਸੋ ਹੁਣ ਆਪਣੀ ਲਾਸਟ ਐਗਜ਼ਾਮਪਲ ਕੀ ਹੈ? ਉਹ ਇੱਕ ਵਾਰ ਵਿੱਚ 10 ਰੋਟੀਆਂ ਖਾ ਸਕਦਾ ਹੈ। ਠੀਕ ਹੈ, ਸੋ ਹੁਣ ਇਸ ਦੇ ਵਿੱਚੋਂ ਤੁਸੀਂ ਮੈਨੂੰ ਦੱਸੋ ਕਿ ਇੱਕ ਆਬਜੈਕਟ ਕੀ ਹੈ ਸੈਂਟੈਂਸ ਦੇ ਵਿੱਚ। ਓਕੇ, ਸੋ ਯੂ ਨੋ ਵੈਰੀ ਵੈਲ ਕਿ ਵਰਬ ਨੂੰ ਲੈ ਕੇ ਇੱਕ ਕੁਐਸਚਨ ਪੁੱਛਣਾ ਹੈ। ਕੀ ਕੁਐਸਚਨ ਪੁੱਛਣਾ ਹੈ? ਕਿਸ ਨੂੰ ਜਾਂ ਕਿਸ ਚੀਜ਼ ਨੂੰ ਖਾਂਦਾ ਹੈ। ਗੁੱਡ, ਐਂਡ ਦੈਨ ਵਾਟਸ ਅਬਾਊਟ ਦ ਆਬਜੈਕਟ? ਓਕੇ, ਸੋ ਖਾਂਦਾ ਹੈ, ਕਿਸ ਨੂੰ ਖਾਂਦਾ ਹੈ ਜਾਂ ਕਿਸ ਚੀਜ਼ ਨੂੰ ਖਾਂਦਾ ਹੈ?
ਉਹ ਰੋਟੀਆਂ ਖਾਂਦਾ ਹੈ, ਰਾਈਟ। ਸੋ ਰੋਟੀਆਂ ਕੀ ਇੱਕ ਵਰਡ ਹੋ ਗਿਆ ਆਪਣਾ ऑब्जेक्ट, गुड। सो ਹੁਣ ਤੁਸੀਂ ਸਮਝ ਲਿਆ ਹੈ, ਸਿੱਖ ਲਿਆ ਹੈ, ਪਰ ਇਹ ਚੀਜ਼ ਯਾਦ ਰੱਖੋ ਕਿ ਸਬਜੈਕਟ ਦੇ ਲਈ ਕੁਝ 3 ਕੁਐਸਚਨਸ ਨੇ ਤੇ ਆਬਜੈਕਟ ਦੇ ਲਈ 2 ਕੁਐਸਚਨਸ ਨੇ ਤੇ ਸਬਜੈਕਟ ਲਈ ਉਹ 3 ਕੁਐਸਚਨਸ ਕਿਹੜੇ ਨੇ, ਕੌਣ, ਕਿਸ ਨੇ ਅਤੇ ਕੀ, ਤੇ ਆਬਜੈਕਟ ਦੇ ਲਈ ਕਿਸ ਨੂੰ ਅਤੇ ਕਿਸ ਚੀਜ਼ ਨੂੰ, ਠੀਕ ਹੈ। ਸੋ ਇਹਨਾਂ ਕੁਐਸਚਨਸ ਨੂੰ ਆਪਣੇ ਦਿਮਾਗ ਵਿੱਚ ਰੱਖਣਾ ਹੈ ਕਿ ਸਬਜੈਕਟ ਦੇ ਲਈ ਆਪਾਂ ਆ ਯੂਜ਼ ਕਰਦੇ ਹਾਂ ਤੇ ਆਬਜੈਕਟ ਦੇ ਲਈ ਆਪਾਂ ਆ ਯੂਜ਼ ਕਰਦੇ ਹਾਂ। ਸੋ ਹੁਣ ਇਹਨਾਂ ਤੋਂ ਇਲਾਵਾ ਕੋਈ ਹੋਰ ਕੁਐਸਚਨਸ ਨਹੀਂ ਆਪਾਂ ਪੁੱਛ ਸਕਦੇ ਕਿ ਜਿਵੇਂ ਕਿ ਕਦੋਂ, ਕਿਵੇਂ ਅਤੇ ਕਿਉਂ। ਨੋ ਡਾਊਟ ਤੁਹਾਨੂੰ ਇਹਨਾਂ ਤੁਹਾਡੇ ਕੁਐਸਚਨਸ ਦਾ ਆਨਸਰ ਮਿਲ ਜਾਵੇਗਾ, ਬਟ ਉਹਨੂੰ ਆਪਾਂ ਇੱਕ ਸਬਜੈਕਟ ਤੇ ਇੱਕ ਆਬਜੈਕਟ ਦਾ ਆਨਸਰ ਆਪਾਂ ਕੰਸੀਡਰ ਨਹੀਂ ਕਰ ਸਕਦੇ, ਬਿਕੋਜ਼ ਉਹ ਆਪਣੇ ਉਹਨਾਂ ਕੁਐਸਚਨਸ ਵਿੱਚ ਨਹੀਂ ਹੈਗਾ, ਨਾ ਹੀ ਉਹ ਸਬਜੈਕਟ ਦੇ ਵਿੱਚ ਹੈ ਨਾ ਹੀ ਉਹ ਆਬਜੈਕਟ ਦੇ ਵਿੱਚ ਹੈ। ਹੁਣ ਮੰਨ ਲਓ ਕਿ ਜਿਵੇਂ ਤੁਹਾਡੀ ਪਿਛਲੀ ਐਗਜ਼ਾਮਪਲ ਹੈ, ਤੁਸੀਂ ਪਹਿਲਾਂ ਵੀ ਦੇਖੀ ਹੈ ਕਿ 2010 ਤੋਂ ਬਾਅਦ ਮੋਬਾਈਲ ਫੋਨ ਦੀ ਕੀਮਤ ਵਿੱਚ ਵਾਧਾ ਹੋਇਆ ਹੈ, ਰਾਈਟ। ਹੁਣ ਜੇ ਮੰਨ ਲਓ ਤੁਸੀਂ ਉਹਨਾਂ ਸਾਰੇ ਕੁਐਸਚਨਸ ਤੋਂ ਇਲਾਵਾ ਤੁਸੀਂ ਆਪਣਾ ਕੁਐਸਚਨ ਪੁੱਛ ਰਹੇ ਹੋ ਕਦੋਂ ਹੋਇਆ ਹੈ, ਤੁਹਾਨੂੰ ਕਦੋਂ ਦਾ ਆਨਸਰ ਮਿਲ ਰਿਹਾ ਹੈ ਕਿ 2010 ਤੋਂ ਬਾਅਦ ਹੋਇਆ ਹੈ, ਬਟ ਤੁਸੀਂ ਉਸ ਚੀਜ਼ ਨੂੰ ਆਪਣਾ ਸਬਜੈਕਟ ਜਾਂ ਫਿਰ ਆਬਜੈਕਟ ਦੇ ਤੌਰ ਤੇ ਕੰਸੀਡਰ ਨਹੀਂ ਕਰ ਸਕਦੇ, ਬਿਕੋਜ਼ ਆਪਾਂ ਸਿਰਫ ਉਹੀ ਉਹਨਾਂ ਕੁਐਸਚਨਸ ਨੂੰ ਯੂਜ਼ ਕਰਕੇ ਆਪਣਾ ਸਬਜੈਕਟ ਜਾਂ ਫਿਰ ਆਬਜੈਕਟ ਫਾਈਂਡ ਆਊਟ ਕਰ ਸਕਦੇ ਹਾਂ, ਆਲਰਾਈਟ। ਸੋ ਹੁਣ ਤੁਸੀਂ ਚੰਗੀ ਤਰ੍ਹਾਂ ਸਿੱਖ ਲਿਆ ਹੈ ਕਿ ਪੰਜਾਬੀ ਦੇ ਵਿੱਚ ਆਪਾਂ ਇੱਕ ਸਬਜੈਕਟ, ਵਰਬ ਤੇ ਆਬਜੈਕਟ ਨੂੰ ਕਿਵੇਂ ਇੱਕ ਸਹੀ ਗ੍ਰਾਮੈਟੀਕਲ ਆਰਡਰ ਦੇ ਵਿੱਚ ਯੂਜ਼ ਕਰਦੇ ਹਾਂ। ਪੰਜਾਬੀ ਦਾ ਪਤਾ ਹੈ ਕਿ ਪਹਿਲਾਂ ਸਬਜੈਕਟ ਆਉਂਦਾ ਹੈ, ਫਿਰ ਆਬਜੈਕਟ ਆਉਂਦਾ ਹੈ, ਦੈਨ ਵਰਬ ਆਉਂਦੀ ਹੈ, ਠੀਕ ਹੈ। ਸੋ ਹੁਣ ਉਸੇ ਹੀ ਸੈਂਟੈਂਸ ਨੂੰ ਜਾਂ ਉਸੇ ਕ੍ਰਾਈਟੀਰੀਆ ਨੂੰ ਲੈ ਕੇ ਆਪਾਂ ਜਦੋਂ ਕਿ ਇੱਕ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨਾ ਹੁੰਦਾ ਹੈ, ਬਟ ਉਹ ਉਸ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ, ਇੰਗਲਿਸ਼ ਦੇ ਅਕੋਰਡਿੰਗ, ਇੰਗਲਿਸ਼ ਦੇ ਸਹੀ ਗ੍ਰਾਮੈਟੀਕਲ ਆਰਡਰ ਦੇ ਅਕੋਰਡਿੰਗ ਕਿ ਉਹ ਕਿਵੇਂ ਹੈ, ਪਹਿਲਾਂ ਸਬਜੈਕਟ ਆਉਂਦਾ ਹੈ, ਫਿਰ ਵਰਬ ਆਉਂਦੀ ਹੈ, ਦੈਨ ਆਬਜੈਕਟ ਆਉਂਦਾ ਹੈ, ਤਾਂ ਹੀ ਫਿਰ ਤੁਸੀਂ ਇੱਕ ਸਹੀ ਗ੍ਰਾਮੈਟੀਕਲ ਆਰਡਰ ਦੇ ਵਿੱਚ ਤੁਸੀਂ ਆਪਣਾ ਇੱਕ ਸੈਂਟੈਂਸ ਬਣਾ ਸਕਦੇ ਹੋ ਜਾਂ ਫਿਰ ਬੋਲ ਸਕਦੇ ਹੋ ਤੇ ਲਿਖ ਸਕਦੇ ਹੋ, ਓਕੇ। ਜੇਕਰ ਕਿਸੇ ਵੀ ਸੈਂਟੈਂਸ ਦੇ ਵਿੱਚ ਸਬਜੈਕਟ ਦੀ ਇੰਪੋਰਟੈਂਸ ਹੈ ਤਾਂ ਉਸ ਦਾ ਆਰਡਰ ਸਬਜੈਕਟ, ਵਰਬ ਅਤੇ ਆਬਜੈਕਟ ਹੈ ਤੇ ਇਸ ਆਰਡਰ ਨੂੰ ਐਕਟਿਵ ਵੌਇਸ ਪੈਟਰਨ ਕਹਿੰਦੇ ਨੇ। ਐਂਡ ਜੇਕਰ ਕਿਸੇ ਸੈਂਟੈਂਸ ਦੇ ਵਿੱਚ ਆਬਜੈਕਟ ਦੀ ਇੰਪੋਰਟੈਂਸ ਹੈ ਤਾਂ ਉਸ ਦਾ ਆਰਡਰ ਆਬਜੈਕਟ, ਵਰਬ ਅਤੇ ਸਬਜੈਕਟ ਹੈ ਤੇ ਇਸ ਪੈਟਰਨ ਨੂੰ ਪੈਸਿਵ ਵੌਇਸ ਪੈਟਰਨ ਕਹਿੰਦੇ ਨੇ, ਆਲਰਾਈਟ, ਓਕੇ। ਜੇਕਰ ਕੋਈ ਵੀ ਸੈਂਟੈਂਸ ਹੈ ਉਸ ਨੂੰ ਜੇਕਰ ਤੁਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨਾ ਹੈ, ਭਾਵੇਂ ਉਹ ਐਕਟਿਵ ਹੈ ਜਾਂ ਫਿਰ ਉਹ ਪੈਸਿਵ ਹੈ, ਉਸ ਦੇ ਲਈ ਸਬਜੈਕਟ, ਵਰਬ ਤੇ ਆਬਜੈਕਟ ਨੂੰ ਸਮਝਣਾ ਜ਼ਰੂਰੀ ਹੈ। ਐਂਡ ਲੱਕੀਲੀ ਜੋ ਕਿ ਤੁਸੀਂ ਸਿੱਖ ਲਿਆ ਹੈ, ਓਕੇ। ਸੋ ਲੈਟ ਮੀ ਕਨਕਲੂਡ। ਸੋ ਤੁਸੀਂ ਸਟਾਰਟਿੰਗ ਤੋਂ ਐਂਡ ਤੱਕ ਕੀ ਸਿੱਖਿਆ ਹੈ, ਸੋ ਆਪਾਂ ਇੱਕ ਵਾਰੀ ਫੇਰ ਦੁਹਰਾ ਲੈਂਦੇ ਹਾਂ। ਸੋ ਤੁਸੀਂ ਕੀ ਸਿੱਖਿਆ ਸੀਗਾ ਕਿ ਇੱਕ ਵਰਬ ਕੀ ਹੈ, ਵਰਬ ਕੀ ਹੈ, ਇੱਕ ਐਕਸ਼ਨ ਵਰਡ ਹੈ, ਆਲਰਾਈਟ। ਐਂਡ ਦੈਨ ਸਬਜੈਕਟ ਤੇ ਆਬਜੈਕਟ ਕੀ ਹੈ, ਜਿਹੜਾ ਕਿ ਕਿਵੇਂ ਫਾਈਂਡ ਆਊਟ ਕੀਤਾ ਜਾਂਦਾ ਹੈ, ਇੱਕ ਵਰਬ ਨੂੰ ਯੂਜ਼ ਕਰਕੇ। ਸੋ ਸਬਜੈਕਟ ਫਾਈਂਡ ਆਊਟ ਕਰਨ ਦੇ ਲਈ ਆਪਣੇ ਕੋਲ 3 ਕੁਐਸਚਨਸ ਨੇ, ਉਹ ਕਿਹੜੇ ਨੇ, ਕੌਣ, ਕਿਸ ਨੇ ਅਤੇ ਕੀ। ਐਂਡ ਦੈਨ ਆਬਜੈਕਟ ਫਾਈਂਡ ਆਊਟ ਕਰਨ ਦੇ ਲਈ ਵਰਬ ਨੂੰ ਯੂਜ਼ ਕਰਕੇ ਆਪਾਂ ਕਿਹੜੇ 2 ਕੁਐਸਚਨਸ ਪੁੱਛਦੇ ਨੇ, ਦੈਟ ਇਜ਼ ਕਿਸ ਨੂੰ ਐਂਡ ਕਿਸ ਚੀਜ਼ ਨੂੰ, ਆਲਰਾਈਟ। ਸੋ ਸਬਜੈਕਟ, ਵਰਬ ਤੇ ਆਬਜੈਕਟ ਦਾ ਤੁਹਾਨੂੰ ਪਤਾ ਲੱਗ ਗਿਆ ਹੈ, ਠੀਕ ਹੈ। ਸੋ ਇੱਕ ਹੋਰ ਗੱਲ ਆਪਾਂ ਸਿੱਖੀ ਸੀ ਕਿ ਇੱਕ ਸਹੀ ਗ੍ਰਾਮੈਟੀਕਲ ਆਰਡਰ ਦੇ ਵਿੱਚ ਇੱਕ ਕਈ ਵਾਰੀ ਵੱਖਰੇ ਵੀ ਹੁੰਦੇ ਨੇ, ਜਿਵੇਂ ਕਿ ਕਈ ਵਾਰੀ ਸਬਜੈਕਟ ਪਹਿਲਾਂ ਆ ਜਾਂਦਾ ਹੈ ਅਤੇ ਕਈ ਵਾਰੀ ਆਬਜੈਕਟ ਪਹਿਲਾਂ ਆ ਜਾਂਦਾ। ਉਹ ਕਿਉਂ ਆਉਂਦਾ ਹੈ, ਉਹ ਇੰਪੋਰਟੈਂਸ ਦੇ ਕਾਰਨ ਆਉਂਦਾ ਹੈ, ਠੀਕ ਹੈ। ਸੋ ਇੰਪੋਰਟੈਂਸ ਜਿਹੜੀ ਹੈ ਉਹ ਜਿਵੇਂ ਜੋ ਵੀ ਪੈਟਰਨ ਹੈ, ਜੋ ਆਰਡਰ ਹੈ, ਕਈ ਵਾਰੀ ਸਬਜੈਕਟ ਪਹਿਲਾਂ ਆਉਂਦਾ ਹੈ ਜਾਂ ਆਬਜੈਕਟ ਪਹਿਲਾਂ ਆਉਂਦਾ ਹੈ, ਤਾਂ ਉਹ ਆਰਡਰ ਕਿਹੜਾ ਹੁੰਦਾ ਹੈ, ਉਹ ਪੈਟਰਨ ਕਿਹੜਾ ਹੈ, ਦੈਟ ਇਜ਼ ਐਕਟਿਵ ਐਂਡ ਪੈਸਿਵ ਵੌਇਸ, ਆਲਰਾਈਟ, ਓਕੇ। ਸੋ ਮਿਲਦੇ ਹਾਂ ਅਗਲੇ ਲੈਸਨ ਵਿੱਚ।